ਸਤਿ ਸ਼੍ਰੀ ਅਕਾਲ ਦੋਸਤੋ। ਆਪਣੀ ਅੱਜ ਦੀ ਕਹਾਣੀ ਇੱਕ ਸੱਚੀ ਘਟਨਾ ਤੋਂ ਪ੍ਰਭਾਵਿਤ ਹੋ ਕੇ ਲਿਖੀ ਹੈ ਮੈਂ। ਤੇ ਕਹਾਣੀ ਇਸ ਪ੍ਰਕਾਰ ਹੈ। ਘਰ ਦੇ ਲਾਗੇ ਪੈਂਦੇ ਪਾਰਕ ਦੇ ਵਿੱਚ ਮੈਂ ਬੱਚਿਆਂ ਨੂੰ ਖਿਡਾਉਣ ਲੈ ਕੇ ਗਈ ਤਾਂ ਉੱਥੇ ਇੱਕ ਆਂਟੀ ਆਏ ਹੋਏ ਸਨ। ਉਹਨਾਂ ਨੂੰ ਮੈਂ ਅੱਗੇ ਵੀ ਬਹੁਤ ਵਾਰ ਦੇਖਿਆ ਸੀ। ਉਹ ਮੇਰੇ ਵੱਲ ਇੰਝ ਤੱਕਦੇ ਰਹਿੰਦੇ ਸਨ ਜਿਵੇਂ ਕੋਈ ਜਾਣ ਪਹਿਚਾਣ ਕੱਢਣ ਦੀ ਕੋਸ਼ਿਸ਼ ਕਰਦੇ ਹੋਣ। ਅੱਜ ਹਿੰਮਤ ਕਰਕੇ ਮੈਂ ਉਹਨਾਂ ਨੂੰ ਬੁਲਾ ਹੀ ਲਿਆ। ਮੇਰੇ ਬੁਲਾਉਣ ਦੀ ਦੇਰ ਸੀ ਤਾਂ ਆਂਟੀ ਜੀ ਬੋਲੇ, ਕੁੜੇ ਤੂੰ ਮੱਘਰ ਸਿਉਂ ਦੀ ਧੀ ਆ? ਮੱਘਰ ਸਿਉਂ ਦੀ? ਕਿਆ ਇੰਨੀ ਛੇਤੀ ਆਂਟੀ ਜੀ ਨੇ ਮੈਨੂੰ ਕਿਵੇਂ ਪਹਿਚਾਣ ਲਿਆ? ਮੈਂ ਸੋਚਾਂ 'ਚ ਡੁੱਬੀ ਨੇ ਉਹਨਾਂ ਨੂੰ ਹਾਮੀ ਭਰ ਕੇ ਦੱਸਿਆ, ਹਾਂਜੀ ਮੈਂ ਉਹਨਾਂ ਦੀ ਵੀ ਧੀ ਆ। ਅੱਛਾ, ਜੋ ਜਿਨ੍ਹਾਂ ਦਾ ਘਰ ਸਿਵਿਆਂ ਦੇ ਰਾਹ 'ਤੇ ਆ, ਫਲਾਨਾ ਪਿੰਡ ਆ। ਆਂਟੀ ਜੀ ਨੇ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਸਾਰਾ ਅਤਾ ਪਤਾ ਦੱਸਤਾ ਮੇਰਾ। ਅਤੇ ਮੈਂ ਹੈਰਾਨਗੀ ਮੰਨ ਗਈ ਕਿ ਉਹਨਾਂ ਨੂੰ ਕਿਵੇਂ ਪਤਾ ਮੇਰੇ ਬਾਰੇ 'ਚ ਕਿ ਮੈਂ ਕੌਣ ਆ ਅਤੇ ਮੈਂ ਕਿੱਥੋਂ ਦੀ ਵਸਨੀਕ ਹਾਂ। ਇਹ ਜਾਣਨ ਦੇ ਲਈ ਮੈਂ ਉਹਨਾਂ ਦੇ ਕੋਲ ਹੀ ਲਾਗੇ ਪਏ ਬੈਂਚ ਦੇ ਉੱਪਰ ਬੈਠ ਗਈ ਅਤੇ ਮੈਂ ਆਂਟੀ ਜੀ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਕਿਸ ਤਰ੍ਹਾਂ ਜਾਣਦੇ ਹੋ? ਤਾਂ ਉਹ ਬੋਲੇ ਕਿ ਧੀਏ, ਜਦੋਂ ਤੁਸੀਂ ਉਸ ਪਿੰਡ ਦੇ ਵਿੱਚ ਵਸੇ ਸੀ ਨਾ, ਉਦੋਂ ਅਸੀਂ ਉਜੜੇ ਸੀ। ਉਹਨਾਂ ਦੀ ਇੰਨੇ ਕਹਿਣ ਦੀ ਦੇਰ ਸੀ ਤਾਂ ਮੈਂ ਹੋਰ ਵੀ ਸੋਚਾਂ ਦੇ ਵਿੱਚ ਡੁੱਬ ਗਈ। ਮੈਂ ਜ਼ੋਰ ਦੇ ਕੇ ਪੁੱਛਿਆ ਕਿ ਆਂਟੀ ਜੀ ਤੁਸੀਂ ਪਹੇਲੀਆਂ ਨਾ ਪਾਓ, ਮੈਨੂੰ ਚੰਗੀ ਤਰ੍ਹਾਂ ਦੱਸੋ। ਤਾਂ ਆਂਟੀ ਜੀ ਨੇ ਅੱਖਾਂ ਭਰ ਕੇ ਆਪਣੀ ਕਹਾਣੀ ਦੱਸੀ। ਉਹ ਕਹਿੰਦੇ, ਤੂੰ ਉਦੋਂ ਬਹੁਤ ਛੋਟੀ ਸੀ, ਤੈਨੂੰ ਨਹੀਂ ਯਾਦ ਹੋਣਾ, ਪਰ ਮੈਨੂੰ ਯਾਦ ਏ। ਜਦੋਂ ਤੁਸੀਂ ਸਾਡੇ ਪਿੰਡ ਦੇ ਵਿੱਚ ਆਏ ਸੀ ਨਾ, ਉਦੋਂ ਮੇਰਾ ਪੁੱਤ ਹਾਲੇ 12 ਕੁ ਸਾਲ ਦਾ ਸੀ। ਹਾਲੇ ਜਦੋਂ ਉਹ ਮੇਰੀ ਝੋਲੀ 'ਚ ਸੀ, ਉਦੋਂ ਹੀ ਮੇਰੇ ਸਿਰ ਦਾ ਸਾਈਂ ਸਾਡਾ ਸਾਥ ਛੱਡ ਗਿਆ ਸੀ। ਤਾਂ ਕਿਸੇ ਨਾ ਕਿਸੇ ਤਰ੍ਹਾਂ ਮੈਂ ਆਪਣੇ ਦੋਨੇ ਜਵਾਕ, ਮੇਰੀ ਵੱਡੀ ਧੀ ਅਤੇ ਪੁੱਤਰ, ਦੋਨੋਂ ਜਵਾਕ ਪਾਲੇ। ਧੀ ਨੂੰ 12ਵੀਂ ਕਰਾ, ਆਈਲਟਸ ਕਰਵਾ ਕੇ ਮੁੰਡੇ ਵਾਲਿਆਂ ਦੇ ਖਰਚੇ 'ਤੇ ਪ੍ਰਦੇਸ਼ ਘੱਲਤਾ। ਅਤੇ ਉਹ ਪ੍ਰਦੇਸ਼ ਦੇ ਵਿੱਚ ਕੀ ਆਈ, ਉਹਨੂੰ ਸਹੁਰੇ ਬਹੁਤ ਹੀ ਚੰਗੇ ਮਿਲੇ ਤਾਂ ਉਹਨੇ ਪ੍ਰਦੇਸ਼ ਦੇ ਵਿੱਚ ਆ ਕੇ ਪਿੱਛੇ ਉਹ ਆਪਣੀ ਮਾਂ ਅਤੇ ਆਪਣੇ ਭਰਾ ਦਾ ਸਹਾਰਾ ਬਣੀ ਅਤੇ ਇੱਥੋਂ ਸਾਡੇ ਖਾਤਰ ਖਰਚਾ ਪਾਣੀ ਘੱਲਦੀ ਰਹਿੰਦੀ। ਅਤੇ ਇਸ ਤਰ੍ਹਾਂ ਸਾਡੇ ਘਰ ਦੀ ਗੱਡੀ ਲੀਹ 'ਤੇ ਪੈ ਗਈ। ਪਰ ਆਪਣੇ ਸਮਾਜ 'ਚ ਹੁੰਦੇ ਆ ਨਾ ਕੁਝ ਲੋਕ, ਉਹਨਾਂ ਨੂੰ ਤਰੱਕੀ ਕਰਦੇ ਲੋਕ ਪਸੰਦ ਨਹੀਂ ਹੁੰਦੇ। ਅਜਿਹਾ ਹੀ ਇੱਕ ਵਾਕਾ ਸਾਡੇ ਨਾਲ ਵਾਪਰਿਆ। ਸਾਡੇ ਘਰ ਦੇ ਲਾਗੇ ਹੀ ਵਿਹੜੇ ਵਾਲਿਆਂ ਦੇ ਘਰ ਸਨ। ਉਹਨਾਂ 'ਚੋਂ ਇੱਕ ਪਰਿਵਾਰ ਅਜਿਹਾ ਸੀ ਜਿਨ੍ਹਾਂ ਦੇ ਸਾਰੇ ਘਰ ਦੇ ਮੈਂਬਰ ਸਰਕਾਰੀ ਨੌਕਰੀਆਂ ਕਰਦੇ ਸਨ ਅਤੇ ਉਹਨਾਂ ਦੇ ਹਾਲਾਤ ਇੰਨੇ ਕੁ ਚੰਗੇ ਸਨ ਕਿ ਉਹਨਾਂ ਦੇ ਬੱਚੇ ਬੜੇ ਮਾਣ ਦੇ ਨਾਲ ਇੱਧਰ ਉੱਧਰ ਘੁੰਮਦੇ। ਸਾਡੀ ਆਮਦਨੀ ਦਾ ਮੇਨ ਸਰੋਤ ਹੀ ਖੇਤੀਬਾੜੀ ਸੀ ਅਤੇ ਸਾਲ ਛਿਮਾਹੀ ਜੋ ਠੇਕਾ ਆਉਂਦਾ ਸੀ ਉਹਦੇ 'ਤੇ ਸਾਡਾ ਗੁਜ਼ਾਰਾ ਹੁੰਦਾ ਸੀ। ਉਹਦੇ ਤੋਂ ਬਿਨਾਂ ਜੋ ਵੀ ਸਾਨੂੰ ਖਰਚਾ ਪਾਣੀ ਚਾਹੀਦਾ ਹੁੰਦਾ ਜਾਂ ਜ਼ਿਆਦਾ ਪੈਸਿਆਂ ਦੀ ਲੋੜ ਪੈ ਜਾਂਦੀ ਤਾਂ ਅਸੀਂ ਉਹਨਾਂ ਦੇ ਘਰੋਂ ਫੜ ਕੇ ਪੈਸੇ ਆਪਣਾ ਬੁੱਤਾ ਸਾਰਦੇ। ਇਸ ਗੱਲ ਦਾ ਵੀ ਉਹਨਾਂ ਨੂੰ ਬੜਾ ਘਮੰਡ ਸੀ ਕਿ ਅਸੀਂ ਜੱਟ ਹੋ ਕੇ ਉਹਨਾਂ ਦੇ ਥੱਲੇ ਲੱਗੇ ਹੋਏ ਹਾਂ, ਪਰ ਅਸੀਂ ਮਜਬੂਰੀ ਦੇ ਮਾਰੇ ਪਏ ਸਾਂ। ਮੇਰੀ ਧੀ ਪਰਦੇਸਣ ਕੀ ਹੋਈ, ਸਾਡੇ ਤਾਂ ਘਰ ਦੇ ਹਾਲਾਤ ਹੀ ਬਦਲ ਗਏ। ਹੁਣ ਮੈਨੂੰ ਪਿੰਡ ਦੇ ਵਿੱਚੋਂ ਜਾਂ ਉਹਨਾਂ ਤੋਂ ਪੈਸੇ ਉਧਾਰ ਫੜਨ ਦੀ ਲੋੜ ਨਹੀਂ ਸੀ ਪੈਂਦੀ। ਇੱਧਰੋਂ ਮੈਂ ਆਪਣੀ ਧੀ ਨੂੰ ਦੱਸ ਦਿੰਦੀ ਤਾਂ ਮੇਰਾ ਜਵਾਈ ਮੇਰੀ ਧੀ ਤੋਂ ਪਹਿਲਾਂ ਹੀ ਮੈਨੂੰ ਪੈਸੇ ਘੱਲ ਦਿੰਦਾ ਅਤੇ ਸਾਡੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ। ਇਹ ਗੱਲ ਨਾ ਕਿਤੇ ਉਹਨਾਂ ਨੂੰ ਖੜਕਣ ਲੱਗ ਪਈ। ਇੱਕ ਦਿਨ ਕੀ ਹੋਇਆ ਕਿ ਵਿਹੜੇ ਵਾਲਿਆਂ ਦਾ ਮੁੰਡਾ, ਜੋ ਕਿ ਮੇਰੇ ਮੁੰਡੇ ਤੋਂ 4 ਕੁ ਸਾਲ ਵੱਡਾ ਸੀ, ਉਹਨੇ ਕੀ ਕੀਤਾ ਕਿ ਮੇਰੇ ਮੁੰਡੇ ਨੂੰ ਨਾ ਰਾਹ ਦੇ ਵਿੱਚ ਘੇਰ ਲਿਆ। ਘੇਰ ਕੇ ਇਹਨੂੰ ਭੈਣ ਦੀ ਗਾਲ ਕੱਢੀ ਅਤੇ ਨਾਲ ਕਿਹਾ ਕਿ ਤੂੰ ਭੈਣ ਦੀ ਕਮਾਈ ਖਾਨਾ। ਆ ਗਿਆ ਓਏ, ਧੀ ਦੀ ਕਮਾਈ ਖਾਣ ਵਾਲੇ ਆ ਗਏ। ਇਹੋ ਜਿਹੀ ਗੱਲ ਨਾ ਮੇਰੇ ਮੁੰਡੇ ਦੇ ਦਿਲ 'ਤੇ ਪੱਥਰ ਬਣ ਵੱਜੀ। ਇਹਨੇ ਬਥੇਰੀ ਕੋਸ਼ਿਸ਼ ਕੀਤੀ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਦੀ, ਪਰ ਉਹ ਸਿਰ 'ਤੇ ਹੀ ਚੜ੍ਹਦਾ ਰਿਹਾ। ਉਹ ਇਹਨੂੰ ਜਲੀਲ ਕਰਨ, ਉਸ ਦੁਆਰਾ ਇਸ ਨੂੰ ਜਲੀਲ ਕਰਨਾ ਵੱਧਦਾ ਹੀ ਗਿਆ।
ਸਾਰਿਆਂ ਨੂੰ ਪਤਾ ਸੀ ਕਿ ਮੇਰਾ ਮੁੰਡਾ ਕੂਨਾ ਏ, ਸੁਭਾਅ ਦਾ ਨਰਮ ਏ, ਤੇ ਇਸ ਕਰਕੇ ਵੀ ਉਹਨਾਂ ਨੇ ਇਸ ਦੀ ਨਰਮਈ ਦਾ ਨਜਾਇਜ਼ ਫਾਇਦਾ ਉਠਾਇਆ। ਇੱਕ ਦਿਨ ਹਿੰਮਤ ਕਰਕੇ ਇਹਨੇ ਵੀ ਅੱਗੋਂ ਕਹਿਤਾ ਕਿ ਜੇ ਗਾਂ ਨੂੰ ਇਹੋ ਜਿਹੀ ਗਾਲ ਕੱਢੀ ਨਾ, ਦੇਖ ਲਈ ਫਿਰ। ਇਸ ਗੱਲ ਦਾ ਉਸ ਮੁੰਡੇ ਦੇ ਉੱਪਰ ਟੇਢਾ ਅਸਰ ਹੋਇਆ ਤੇ ਉਹ 4 ਮੁੰਡੇ ਲਿਆ ਕੇ ਇਹਦੇ ਦੁਆਲੇ ਖੜਾ ਹੋ ਗਿਆ। ਇਹਨਾਂ ਨੂੰ ਗਾਲੀ ਗਲੋਚ ਹੁੰਦਾ ਦੇਖ ਆਸੇ ਪਾਸੇ ਹੋਰ ਲੋਕ ਵੀ ਜਮ੍ਹਾਂ ਹੋ ਗਏ। ਸਭ ਤੋਂ ਪਹਿਲਾਂ ਉਸ ਮੁੰਡੇ ਨੇ ਮੇਰੇ ਮੁੰਡੇ ਦੇ ਸਿਰ ਤੇ ਟੰਬਾ ਮਾਰਿਆ ਤੇ ਇਹਦੀਆਂ ਲੱਤਾਂ ਭੰਨਤੀਆਂ। ਇਹਦੇ ਤੋਂ ਹੋਰ ਤਾਂ ਕੁਝ ਨਾ ਹੋਇਆ, ਇਹਨੇ ਚੱਕ ਕੇ ਡਲਾ ਉਹਦੇ ਮਾਰਿਆ, ਜੋ ਕਿ ਉਹਦੇ ਮੱਥੇ ਤੇ ਜਾ ਕੇ ਵੱਜਿਆ ਤੇ ਉਹਦੇ ਹਲਕੀ ਜਿਹੀ ਸੱਟ ਵੱਜ ਗਈ। ਇਹਨਾਂ ਦੀ ਲੜਾਈ ਕੀ ਹੋਈ, ਵਿਹੜੇ ਵਾਲੇ ਮਿੰਟਾਂ ਸਕਿੰਟਾਂ ਦੇ ਵਿੱਚ ਇਕੱਠੇ ਹੋ ਗਏ ਤੇ ਉਹਨਾਂ ਨੇ ਪੁਲਿਸ ਬੁਲਾ ਲਈ। ਉਹਨਾਂ ਨੇ ਏਕਾ ਕਰਕੇ ਮੇਰੇ ਮੁੰਡੇ ਦੇ ਖਿਲਾਫ ਗਵਾਹੀ ਦਿੱਤੀ ਕਿ ਹਾਂਜੀ ਜੀ, ਇਹਨੇ ਡਲਾ ਮਾਰਿਆ ਸਾਡੇ ਜਵਾਕ ਦੇ ਉੱਪਰ, ਜਦ ਕਿ ਗਲਤੀ ਪਹਿਲਾਂ ਉਹਨਾਂ ਦੀ ਸੀ ਤੇ ਉਸ ਤੋਂ ਬਾਅਦ ਮੇਰੇ ਮੁੰਡੇ ਨੇ ਉਹਨਾਂ ਦੇ ਮਾਰਿਆ ਸੀ। ਦੇਖ, ਕੋਲ ਖੜਾ ਸਾਡਾ ਸ਼ਰੀਕ ਵੀ ਸਾਰਾ ਕੁਝ ਦੇਖ ਰਿਹਾ ਸੀ, ਪਰ ਮੇਰੇ ਮੁੰਡੇ ਦਾ ਕਿਸੇ ਚਾਚੇ ਨੇ, ਕਿਸੇ ਤਾਏ ਨੇ ਕੋਈ ਸਾਥ ਨਾ ਦਿੱਤਾ ਤੇ ਮੈਂ ਉੱਥੇ ਵਿਲਕਦੀ ਰਹਿ ਗਈ। ਤੇ ਪੁਲਿਸ ਵਾਲੇ ਪਰਚਾ ਦਰਜ ਕਰਕੇ ਹੱਥਕੜੀ ਲਾ ਕੇ ਇਹਨੂੰ ਸਰਕਾਰੀ ਹਸਪਤਾਲ ਦੇ ਵਿੱਚ ਲੈ ਗਏ ਤੇ ਉਹਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ। ਉਹਨਾਂ ਦੇ ਏਕੇ ਦੇ ਵਿੱਚ ਇੰਨੀ ਤਾਕਤ ਸੀ ਕਿ ਉਹਨਾਂ ਨੇ ਰੌਲਾ ਪਾ ਕੇ ਨਾਲੇ ਤਾਂ ਸਾਡੇ ਤੋਂ ਪ੍ਰਾਈਵੇਟ ਹਸਪਤਾਲ ਦਾ ਬਿੱਲ ਭਰਵਾਇਆ, ਨਾਲੇ 2.5 ਲੱਖ ਰੁਪਈਆ ਲੈ ਕੇ ਸਾਡੇ ਨਾਲ ਨਵੇੜਾ ਕੀਤਾ। ਤੇ ਇੱਧਰ ਮੇਰਾ ਮੁੰਡਾ, ਜਿਹਦੇ ਗੁੱਝੀਆਂ ਸੱਟਾਂ ਵੱਜੀਆਂ ਸਨ, ਸਰਕਾਰੀ ਹਸਪਤਾਲ ਦੇ ਵਿੱਚ 3 ਮਹੀਨੇ ਪਿਆ ਰਿਹਾ ਤੇ ਉਹ ਮਹੀਨੇ ਦੇ ਵਿੱਚ ਸਿਰਫ ਹਲਕੀ ਜਿਹੀ ਸੱਟ ਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਕਰਾ ਕੇ ਮਹੀਨੇ ਦੇ ਵਿੱਚ ਘਰ ਆ ਗਿਆ। ਉਸ ਤੋਂ ਬਾਅਦ ਵੀ ਉਹਦੇ ਸਿਰ ਤੇ ਇਹ ਲੜਨ ਦਾ ਭੂਤ ਉਂਝ ਹੀ ਸਵਾਰ ਰਿਹਾ। ਇਸ ਗਲੀ ਮੁਹੱਲੇ ਦੇ ਵਿੱਚ ਸਾਡਾ ਕੋਈ ਨਹੀਂ ਆ, ਇਹ ਸੋਚ ਕੇ ਮੇਰਾ ਉੱਥੇ ਜੀਣਾ ਦੁੱਬਰ ਹੋ ਗਿਆ ਤੇ ਮੈਨੂੰ ਮੇਰੇ ਮੁੰਡੇ ਦੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ। ਇਹ ਸੋਚ ਕੇ ਸਾਰੇ ਸ਼ਰੀਕਾਂ ਦੇ ਖਿਲਾਫ ਜਾ ਕੇ ਹਿੰਮਤ ਕਰਕੇ ਮੈਂ ਜੋ ਮੇਰੇ ਹਿੱਸੇ 2 ਕਿੱਲੇ ਜ਼ਮੀਨ ਦੇ ਆਉਂਦੇ ਸੀ ਉਹ ਘਰ ਵੇਚ ਕੇ ਉਸ ਪਿੰਡ ਦੇ ਵਿੱਚੋਂ ਨਿਕਲ ਕੇ ਜਾ ਕੇ ਰਾਜਸਥਾਨ ਦੂਰ ਦੀ ਕਿਸੇ ਭੈਣ ਕੋਲੇ ਰਹਿਣ ਲੱਗ ਪਈ। ਰਾਜਸਥਾਨ ਰਹਿ ਕੇ ਮੈਂ ਆਪਣੇ ਮੁੰਡੇ ਨੂੰ ਪੜ੍ਹਾਇਆ ਲਿਖਾਇਆ ਤੇ ਉਸ ਤੋਂ ਬਾਅਦ ਉਹ ਮਗਰੇ ਹੀ ਆਪਣੀ ਭੈਣ ਦੇ ਮਗਰੇ ਹੀ ਆਸਟ੍ਰੇਲੀਆ ਆ ਗਿਆ ਤੇ ਹੁਣ ਆਸਟ੍ਰੇਲੀਆ ਦੀ ਪੁਲਿਸ ਦੇ ਵਿੱਚ ਕਿਸੇ ਵੱਡੇ ਅਹੁਦੇ ਦੇ ਉੱਪਰ ਅਧਿਕਾਰੀ ਲੱਗਾ ਹੋਇਆ ਹੈ। ਮੇਰੇ ਦੁਆਰਾ ਪਿੰਡ ਛੱਡਣ ਦੇ ਉਸ ਫੈਸਲੇ ਨੇ ਮੇਰੇ ਪੁੱਤ ਦੀ ਤੇ ਮੇਰੀ ਜ਼ਿੰਦਗੀ ਬਚਾ ਲਈ। ਕੁਝ ਸਾਲਾਂ ਬਾਅਦ ਪਤਾ ਲੱਗਿਆ ਕਿ ਵਿਹੜੇ ਵਾਲਿਆਂ ਦਾ ਉਹ ਮੁੰਡਾ ਇੰਨਾ ਜ਼ਿਆਦਾ ਭੁੱਤਰਿਆ ਹੋਇਆ ਸੀ ਕਿ ਪਿੰਡ ਦੇ ਵਿੱਚ ਰਹਿਣ ਆਈ ਬਾਣੀਆਂ ਦੀ ਨੂੰਹ ਨੂੰ ਉਹਨੇ ਛੇੜ ਦਿੱਤਾ ਤੇ ਇੱਕ ਦਿਨ ਖੇਡ ਕੇ ਉਸ ਨੂੰਹ ਨੇ ਤੰਗ ਹੋ ਕੇ ਉਹਨੂੰ ਅੱਧੀ ਰਾਤ ਨੂੰ ਘਰ ਬੁਲਾਇਆ ਤੇ ਉਹਦਾ ਗੁਪਤ ਅੰਗ ਕੱਟ ਦਿੱਤਾ। ਤੇ ਹੁਣ ਸਾਰੇ ਉਸ ਮੁੰਡੇ ਨੂੰ ਨਪੁੰਸਕ ਆਖ ਬੁਲਾਉਂਦੇ ਹਨ ਤੇ ਉਹ ਕਦੇ ਵੀ ਘਰੋਂ ਬਾਹਰ ਨਿਕਲਣ ਦੀ ਹਿੰਮਤ ਨਹੀਂ ਕਰਦਾ। ਕੋਈ ਜੱਟ ਹੋਵੇ, ਬਾਣੀਆ ਹੋਵੇ, ਚਾਹੇ ਵਿਹੜੇ ਵਾਲਾ ਹੋਵੇ, ਵੱਢਦਾ ਉਹੀ ਏ ਜੋ ਬੀਜਦਾ ਏ। ਖੁਸ਼ੀ ਇਸ ਗੱਲ ਦੀ ਹੈ ਕਿ ਵਿਹੜੇ ਵਾਲਿਆਂ 'ਚ ਏਕਾ ਬਹੁਤ ਜ਼ਿਆਦਾ ਏ ਤੇ ਜੱਟ ਸਿਰਫ ਗਾਣਿਆਂ ਦੇ ਵਿੱਚ ਹੀ ਵੱਜਣ ਜੋਗੇ ਰਹਿ ਗਏ ਨੇ। ਇਹ ਕੌੜਾ ਸਬਕ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਿੱਖਿਆ ਏ। ਜੱਟ ਸਿਰਫ ਗਾਣਿਆਂ, ਫਿਲਮਾਂ ਦੇ ਵਿੱਚ ਇੱਕ ਦੂਜੇ ਨਾਲ ਖੜਦੇ ਨੇ, ਅਸਲੀ ਜ਼ਿੰਦਗੀ ਦੇ ਵਿੱਚ ਨਹੀਂ। ਜਦੋਂ ਮੈਂ ਕਿਸੇ ਨੂੰ ਖਾਲਿਸਤਾਨ ਲਿਆਉਣ ਦੀਆਂ ਗੱਲਾਂ ਕਰਦੇ ਸੁਣਦੀ ਆ ਨਾ, ਤਾਂ ਮੇਰਾ ਦਿਲ ਕਰਦਾ ਹੁੰਦਾ ਕਿ ਮੈਂ ਚੀਕ ਕੇ ਕਹਾਂ ਕਿ ਪਹਿਲਾਂ ਤੁਸੀਂ ਆਪਸ ਵਿੱਚ ਏਕਾ ਲੈ ਕੇ ਆਵੋ। ਤੁਸੀਂ ਤਾਂ ਜਾਤਾਂ ਦੇ ਨਾਮ ਤੇ, ਗੋਤਾਂ ਦੇ ਨਾਮ ਤੇ ਇੰਨੇ ਜ਼ਿਆਦਾ ਵੰਡੇ ਪਏ ਹੋ, ਤੁਸੀਂ ਖਾਲਿਸਤਾਨ ਕਿਸ ਤਰ੍ਹਾਂ ਲੈ ਕੇ ਆਓਗੇ? ਤੁਹਾਡੇ ਵਿੱਚ ਤਾਂ ਏਕਾ ਹੀ ਨਹੀਂ ਹੈ। ਉਹ ਸ਼ਰੀਕ ਜੋ ਉਸ ਵੇਲੇ ਮੇਰੇ ਨਾਲ ਰੱਤੀ ਭਰ ਵੀ ਨਹੀਂ ਖੜੇ ਸਨ, ਹੁਣ ਮੇਰੇ ਪੁੱਤਰ ਨੂੰ ਆਸਟ੍ਰੇਲੀਆ ਦੀ ਪੁਲਿਸ ਦੇ ਵਿੱਚ ਦੇਖ ਕੇ, ਭਰਤੀ ਹੋਇਆ ਦੇਖ ਕੇ ਸਟੇਟਸ ਲਾਉਂਦੇ, ਪ੍ਰਾਊਡ ਆਫ ਯੂ ਬ੍ਰਦਰ, ਇਹੋ ਜਿਹਾ ਲਿਖ ਸਟੇਟਸ ਪਾਉਂਦੇ ਨਹੀਂ ਥੱਕਦੇ। ਮੈਂ ਆਪਣਾ ਘਰ, ਆਪਣੀ ਜੱਦੀ ਜ਼ਮੀਨ, ਆਪਣਾ ਪਿੰਡ ਛੱਡਣਾ ਨਹੀਂ ਸੀ ਚਾਹੁੰਦੀ, ਪਰੰਤੂ
ਪਰੰਤੂ ਇਸ ਅਹੁਦੇ, ਪੈਸੇ ਤੇ ਜਾਤ ਪਾਤ ਦੀ ਹੈਂਕੜ ਨੇ ਮੈਨੂੰ ਉਸ ਪਿੰਡ ਨੂੰ ਛੱਡਣ ਦੇ ਲਈ ਮਜਬੂਰ ਕਰ ਦਿੱਤਾ ਸੀ। ਪਰ ਮੈਂ ਹੁਣ ਖੁਸ਼ ਹਾਂ ਕਿ ਉਦੋਂ ਮੈਂ ਪਿੰਡ ਛੱਡਤਾ ਤੇ ਤਾਂ ਸ਼ਾਇਦ ਮੇਰਾ ਪੁੱਤ ਇੰਨੀ ਤਰੱਕੀ ਕਰ ਗਿਆ ਏ, ਵਰਨਾ ਉੱਥੇ ਸ਼ਰੀਕਪੁਣਾ ਪੈਦਾ ਹੋ ਜਾਣਾ ਸੀ। ਜਾਂ ਉਹ ਮੁੰਡਾ ਮਰ ਜਾਂਦਾ ਤੇ ਜਾਂ ਮੈਂ ਆਪਣਾ ਪੁੱਤ ਗੁਆ ਬੈਠਣਾ ਸੀ। ਸਹੀ ਸਮੇਂ ਤੇ ਇੱਕ ਮਾਂ ਦੁਆਰਾ ਲਿਆ ਗਿਆ ਸਹੀ ਫੈਸਲਾ ਉਹਦੇ ਪੁੱਤ ਦੀ ਜ਼ਿੰਦਗੀ ਬਣਾ ਗਿਆ। ਆਂਟੀ ਜੀ ਦੀ ਕਹਾਣੀ ਸੁਣ ਕੇ ਉਹਨੂੰ ਘਰ ਆਉਣ ਦਾ ਸੱਦਾ ਦੇ ਕੇ ਮੈਂ ਆਪਣੇ ਜਵਾਕਾਂ ਨੂੰ ਲੈ ਕੇ ਘਰ ਆ ਗਈ। ਪਰ ਆਂਟੀ ਜੀ ਦੀ ਕਹਾਣੀ ਦਿਨ ਰਾਤ ਮੇਰੇ ਦਿਮਾਗ ਦੇ ਵਿੱਚ ਇੰਝ ਹੀ ਗੂੰਜਦੀ ਰਹੀ ਤੇ ਮੈਂ ਸੋਚਦੀ ਰਹੀ, ਜਿੰਨੀ ਦੇਰ ਤੱਕ ਅਸੀਂ ਜਾਤਾਂ ਪਾਤਾਂ ਦੇ ਨਾਂ 'ਤੇ ਇੰਝ ਹੀ ਵਟੇ ਰਵਾਂਗੇ ਉਦੋਂ ਤੱਕ ਅਸੀਂ ਆਪਣਾ ਕੁਝ ਨਹੀਂ ਬਣਾ ਸਕਾਂਗੇ। ਜੱਟ ਵਿਹੜੇ ਵਾਲਿਆਂ 'ਤੇ ਦੂਸ਼ਣਬਾਜ਼ੀ ਕਰਨ ਲੱਗ ਜਾਂਦੇ ਨੇ ਤੇ ਵਿਹੜੇ ਵਾਲੇ ਜੱਟਾਂ ਦੇ ਵਿੱਚ ਨਜ਼ਾਰੇ ਲੈਂਦੇ ਨੇ ਵਿਰੋਧੀ, ਜੋ ਕਦੇ ਵੀ ਕਿਸੇ ਦੇ ਸਕੇ ਹੀ ਨਹੀਂ ਹੁੰਦੇ।